ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਭਾਰਤ ਜੋੜੋ ਯਾਤਰਾ ਵਿੱਚ ਵਿਘਨ। ਦੋਸਤੋ, ਜਿਵੇਂ ਕਿ ਆਪਣੇ ਸਭ ਦੇ ਧਿਆਨ ਦੇ ਵਿੱਚ ਹੀ ਹੈ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਦੇਸ਼ ਦੇ ਵਿੱਚ ਭਾਰਤ ਜੋੜੋ ਯਾਤਰਾ ਕੱਢੀ ਜਾ ਰਹੀ ਹੈ। ਇਹ ਯਾਤਰਾ ਕੰਨਿਆ ਕੁਮਾਰੀ ਤੋਂ ਸ਼ੁਰੂ ਹੋ ਕੇ ਜਿਹੜਾ ਜੰਮੂ ਕਸ਼ਮੀਰ ਤੱਕ ਪਹੁੰਚੇਗੀ। ਜੰਮੂ ਕਸ਼ਮੀਰ ਦੇ ਵਿੱਚ ਇਹ ਯਾਤਰਾ ਖਤਮ ਕੀਤੀ ਜਾਏਗੀ। ਤੇ ਗੱਲ ਕਰੀਏ, ਇਹ ਯਾਤਰਾ ਹੁਣ ਲਗਭਗ ਆਪਣੇ ਆਖਰੀ ਪੜਾਅ ਤੇ ਚੱਲ ਰਹੀ ਹੈ, ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਯਾਤਰਾ ਦਾਖਲ ਕਰ ਚੁੱਕੀ ਹੈ ਤੇ ਜੰਮੂ ਕਸ਼ਮੀਰ ਹੀ ਇਸ ਯਾਤਰਾ ਦਾ ਆਖਰੀ ਪੜਾਅ ਹੈ। ਤੇ ਜੰਮੂ ਕਸ਼ਮੀਰ ਦੇ ਵਿੱਚ ਇਹ ਯਾਤਰਾ ਜਿਹੜੀ ਹੈਗੀ ਆ ਹੁਣ ਖਤਮ ਹੋਣ ਦੇ ਕੰਢੇ ਪਹੁੰਚ ਚੁੱਕੀ ਹੈ। ਤੇ ਇਸ ਯਾਤਰਾ ਰਾਹੀਂ ਕਾਂਗਰਸ ਪਾਰਟੀ ਵੱਲੋਂ ਦੇਸ਼ ਭਰ ਦੇ ਵੱਖ-ਵੱਖ ਮੁੱਦਿਆਂ ਨੂੰ ਚੁੱਕਿਆ ਗਿਆ, ਚਾਹੇ ਉਹ ਮੁੱਦਾ ਮਹਿੰਗਾਈ ਦਾ ਹੋਵੇ, ਬੇਰੁਜ਼ਗਾਰੀ ਦਾ ਹੋਵੇ, ਸਿਹਤ ਦਾ ਹੋਵੇ, ਸਿੱਖਿਆ ਦਾ ਹੋਵੇ, ਜਾਂ ਲੋਕਾਂ ਨੂੰ ਜਿਹੜਾ ਹੈਗਾ ਹੋਰ ਬੁਨਿਆਦੀ ਸਹੂਲਤਾਂ ਦਿਵਾਉਣ ਦਾ ਹੋਵੇ, ਕਿਸਾਨੀ ਦਾ ਹੋਵੇ, ਜਾਂ ਵੱਖ-ਵੱਖ ਵਰਗ ਨਾਲ ਜੁੜੀਆਂ ਕੋਈ ਵੀ ਸਮੱਸਿਆਵਾਂ ਹੋਣ, ਉਹਨਾਂ ਸਾਰੇ ਮਸਲਿਆਂ ਨੂੰ ਜਿਹੜਾ ਹੈਗਾ ਇਸ ਭਾਰਤ ਜੋੜੋ ਯਾਤਰਾ ਰਾਹੀਂ ਚੁੱਕਿਆ ਗਿਆ। ਸਮੇਂ-ਸਮੇਂ 'ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਗਿਆ। ਤੇ ਜੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦਾ ਇਹ ਦਾਅਵਾ ਹੈ ਵੀ ਕਿ ਭਾਰਤ ਜੋੜੋ ਯਾਤਰਾ ਦਾ ਦੇਸ਼ ਦੀਆਂ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ। ਇਹ ਤਾਂ ਸਿਰਫ ਦੇਸ਼ ਦੇ ਲੋਕਾਂ ਦੇ ਵਿੱਚ, ਜੋ ਕਿ ਇੱਕ ਸੱਤਾਧਾਰੀ ਧਿਰ ਵੱਲੋਂ ਇੱਕ ਫਿਰਕੂ ਪੱਤਾ ਖੇਡਦੇ ਹੋਏ ਜਿਹੜੀ ਵੰਡ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਨਾਂ ਨੂੰ ਵੱਖ-ਵੱਖ ਕੀਤਾ ਗਿਆ, ਉਹਨਾਂ ਸਾਰੇ ਲੋਕਾਂ ਨੂੰ ਜਿਹੜਾ ਹੈਗਾ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਜਿਹੜੇ ਲੋਕਾਂ ਦੇ ਵੱਖ-ਵੱਖ ਮੁੱਦੇ ਨੇ ਦੇਸ਼ ਭਰ ਦੇ, ਕਿਉਂਕਿ ਹਰ ਸੂਬੇ ਦੇ ਨਾਲ ਸੰਬੰਧਿਤ ਲੋਕਾਂ ਦੇ ਮੁੱਦੇ ਵੱਖ-ਵੱਖ ਨੇ, ਉਹਨਾਂ ਦੀ ਸਮੱਸਿਆਵਾਂ ਵੱਖ-ਵੱਖ ਨੇ, ਉਹਨਾਂ ਸਾਰੇ ਮੁੱਦਿਆਂ ਨੂੰ, ਸਾਰੀਆਂ ਸਮੱਸਿਆਵਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਾਂਗਰਸੀਆਂ ਦਾ ਜਿਹੜਾ ਦਾਅਵਾ ਹੈ। ਪਰ ਜੇ ਗੱਲ ਕਰੀਏ ਤਾਂ ਕੋਈ ਵੀ ਰਾਜਨੀਤਿਕ ਪਾਰਟੀ ਦੀ ਕੋਈ ਵੀ ਜੇ ਗਤੀਵਿਧੀ ਹੋਵੇ, ਉਹ ਰਾਜਨੀਤੀ ਤੋਂ ਪਰੇ ਨਹੀਂ ਹੁੰਦੀ, ਉਹ ਰਾਜਨੀਤੀ ਦੇ ਵਿੱਚ ਹੁੰਦੀ ਹੈ, ਉਹ ਰਾਜਨੀਤੀ ਦੇ ਕਰਕੇ ਹੁੰਦੀ ਹੈ, ਜਾਂ ਉਸ ਗਤੀਵਿਧੀਆਂ ਨਾਲ ਕੋਈ ਨਾ ਕੋਈ ਰਾਜਨੀਤਿਕ ਗਤੀਵਿਧੀ ਨੂੰ ਜਿਹੜਾ ਹੈਗਾ ਹੋਰ ਅੰਜਾਮ ਦਿੱਤਾ ਜਾ ਰਿਹਾ ਹੁੰਦਾ। ਤੇ ਇਸੇ ਤਰ੍ਹਾਂ ਦੇਖੀਏ ਤਾਂ ਭਾਰਤ ਜੋੜੋ ਯਾਤਰਾ ਵੀ ਉਸੇ ਇੱਕ ਚੋਣ ਰਣਨੀਤੀ ਦਾ ਹਿੱਸਾ ਹੈ, ਕਿਉਂਕਿ 2024 ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਉਸ ਤੋਂ ਪਹਿਲਾਂ 2023 ਜੋ ਕਿ ਚੱਲ ਰਿਹਾ ਹੈ, ਦੇਸ਼ ਦੇ ਵਿੱਚ 9 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ। ਇਹ ਚੋਣਾਂ ਜਿਹੜੀਆਂ ਹੈਗੀਆਂ 2024 ਦੀਆਂ ਲੋਕ ਸਭਾ ਚੋਣਾਂ ਦਾ ਵੀ ਮੁੱਢ ਵੱਜਣਗੀਆਂ, ਉਸ ਦੀ ਇੱਕ ਰਣਨੀਤੀ, ਇੱਕ ਰੂਪਰੇਖਾ ਤਿਆਰ ਕਰਨਗੀਆਂ। ਇਹ ਸਾਰਾ ਕੁਝ ਜਿਹੜਾ ਹੈਗਾ ਭਾਰਤ ਜੋੜੋ ਯਾਤਰਾ ਰਾਹੀਂ ਹੁੰਦਾ ਦਿਖਾਈ ਦੇ ਰਿਹਾ ਤੇ ਕਾਂਗਰਸ ਪਾਰਟੀ ਇੱਕ ਰਣਨੀਤੀ ਤਿਆਰ ਕਰ ਰਹੀ ਹੈ। ਜੇ ਦੂਜੇ ਪਾਸੇ ਗੱਲ ਕਰੀਏ, ਜੋ ਕਿ ਆਪਾਂ ਪ੍ਰੋਗਰਾਮ ਦਾ ਅੱਜ ਮੁੱਖ ਮੰਤਵ ਹੈ, ਇੱਕ ਭਾਰਤ ਜੋੜੋ ਯਾਤਰਾ 'ਚ ਵਿਘਨ, ਕਿਉਂਕਿ ਜਿਵੇਂ ਹੀ ਭਾਰਤ ਜੋੜੋ ਯਾਤਰਾ ਇਹ ਪੰਜਾਬ ਤੋਂ ਬਾਅਦ ਜੰਮੂ ਕਸ਼ਮੀਰ 'ਚ ਦਾਖਲ ਹੋਣ ਜਾਂਦੀ ਹੈ ਤਾਂ ਉਸੇ ਸਮੇਂ ਜੰਮੂ ਕਸ਼ਮੀਰ 'ਚ ਕੁਝ ਅੱਤਵਾਦੀ ਗਤੀਵਿਧੀਆਂ ਕਹਿ ਲਈਏ, ਜਾਂ ਉੱਥੇ ਦੇ ਹਾਲਾਤ ਜਿਹੜੇ ਨੇ ਉਹ ਇਸ ਤਰ੍ਹਾਂ ਤਣਾਅਪੂਰਨ ਹੋ ਜਾਂਦੇ ਨੇ, ਉੱਥੇ ਟਕਰਾਅ ਇੱਕ ਤਰ੍ਹਾਂ ਦਾ ਦਿਖਦਾ ਹੈ, ਗੋਲੀਬਾਰੀ ਜਿਹੜੀ ਹੈਗੀ ਸ਼ੁਰੂ ਹੋ ਜਾਂਦੀ ਹੈ, ਤਾਂ ਜੋ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਇਸ ਯਾਤਰਾ ਨੂੰ ਰੋਕਿਆ ਜਾਵੇ, ਹੋਰ ਕੀਤਾ ਜਾਵੇ। ਪਰ ਕਾਂਗਰਸ ਪਾਰਟੀ ਵੱਲੋਂ ਇਹ ਯਾਤਰਾ ਜਾਰੀ ਰੱਖੀ ਜਾਂਦੀ ਹੈ ਤੇ ਆਖਿਰਕਾਰ ਕੱਲ੍ਹ 27 ਜਨਵਰੀ ਨੂੰ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਇਹ ਯਾਤਰਾ ਕਿਸੇ ਕਾਰਨ ਜਿਹੜਾ ਹੈਗਾ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਉਂਕਿ ਉੱਥੇ ਦੇਖੀਏ ਤਾਂ ਕਾਂਗਰਸੀਆਂ ਦਾ ਇੱਕ ਵੱਡਾ ਹਜੂਮ ਹੋ ਜਾਂਦਾ, ਵੱਡਾ ਇਕੱਠ ਹੋ ਜਾਂਦਾ, ਜਿਸ 'ਚ ਉੱਥੇ ਦੀ ਲੋਕਲ ਰਾਜਨੀਤਿਕ ਪਾਰਟੀਆਂ ਵੀ ਸ਼ਾਮਲ ਹੁੰਦੀਆਂ ਨੇ। ਜੇ ਗੱਲ ਕਰੀਏ ਤਾਂ ਮੁੱਖ ਤੌਰ 'ਤੇ ਅਮਰ ਅਬਦੁੱਲਾ ਜਿਹੜੇ ਨੇ ਉਹ ਭਾਰਤ ਜੋੜੋ ਯਾਤਰਾ ਦਾ ਹਿੱਸਾ ਬਣਦੇ ਨੇ, ਜੋ ਕਿ ਰਾਹੁਲ ਗਾਂਧੀ ਨਾਲ ਕਦਮ ਮਿਲਾ ਕੇ ਅੱਗੇ ਤੁਰਦੇ ਦਿਖਾਈ ਦਿੰਦੇ ਨੇ। ਉਸੇ ਦੌਰਾਨ ਜਿਹੜਾ ਹੈਗਾ ਉੱਥੇ ਵੱਡੇ ਇਕੱਠ ਦੇ ਵਿੱਚ ਲੋਕ ਰਾਹੁਲ ਗਾਂਧੀ ਦਾ ਸਵਾਗਤ ਵੀ ਕਰਦੇ ਨੇ। ਤੇ ਇਸੇ ਦੌਰਾਨ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਦਾਅਵਾ ਹੈ ਵੀ ਕਿ ਜਿਹੜਾ ਉੱਥੇ ਜੋ ਸੁਰੱਖਿਆ ਪ੍ਰਬੰਧ ਹੋਣੇ ਚਾਹੀਦੇ ਸੀ, ਉਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ। ਇਸੇ ਕਰਕੇ ਰਾਹੁਲ ਗਾਂਧੀ ਜਿਹੜੀ ਉੱਥੇ ਸੁਰੱਖਿਆ, ਇਸ ਭਾਰਤ ਜੋੜੋ ਯਾਤਰਾ 'ਚ ਸੁਰੱਖਿਆ ਕਰਮੀ ਤੈਨਾਤ ਸੀਗੇ, ਉਹਨਾਂ ਵੱਲੋਂ ਰਾਹੁਲ ਗਾਂਧੀ ਨੂੰ ਇਹ ਯਾਤਰਾ ਰੋਕਣ ਲਈ ਇੱਕ ਅਪੀਲ ਕੀਤੀ ਗਈ, ਬੇਨਤੀ ਕੀਤੀ ਗਈ ਵੀ ਕਿ ਉਰੇ ਜਿੰਨੇ ਸੁਰੱਖਿਆ ਪ੍ਰਬੰਧ ਚਾਹੀਦੇ ਸੀ ਉਹ ਪੁਖਤਾ ਦਿਖਾਈ ਨਹੀਂ ਦੇ ਰਹੇ, ਇਸ ਲਈ ਉਰੇ ਭਾਰਤ ਜੋੜੋ ਯਾਤਰਾ ਜਿਹੜੀ ਹੈਗੀ ਹੈ ਕੁਝ ਸਮੇਂ ਲਈ ਰੋਕ ਦੇਣੀ ਚਾਹੀਦੀ ਹੈ। ਆਖਿਰਕਾਰ ਰਾਹੁਲ ਗਾਂਧੀ ਵੱਲੋਂ ਆਪਣੇ ਸੁਰੱਖਿਆ ਕਰਮੀਆਂ ਦੀ ਇਸ ਗੱਲ ਨੂੰ ਮੰਨਦੇ ਹੋਏ ਉਹ ਕੁਝ ਸਮਾਂ ਜਿਹੜਾ ਹੈਗਾ ਆਪ ਗੱਡੀ ਦੇ ਵਿੱਚ ਬੈਠੇ, ਅਮਰ ਅਬਦੁੱਲਾ ਜਿਹੜੇ ਨੇ ਗੱਡੀ ਦੇ ਉੱਪਰ ਬੈਠੇ ਹੋਏ ਦਿਖਾਈ ਦਿੱਤੇ ਉਸ ਸਮੇਂ, ਤੇ ਭਾਰਤ ਜੋੜੋ ਯਾਤਰਾ ਰੋਕੀ ਨਹੀਂ ਗਈ ਬਲਕਿ ਚੱਲਦੀ ਰਹੀ। ਤੇ ਜੇ ਗੱਲ ਕਰੀਏ ਤਾਂ ਹੋਰ ਕਈ ਕਾਂਗਰਸੀਆਂ ਦੇ ਸੀਨੀਅਰ ਕਾਂਗਰਸੀ ਲੀਡਰਾਂ ਦੀ ਅਗਵਾਈ 'ਚ ਇਹ ਭਾਰਤ ਜੋੜੋ ਯਾਤਰਾ ਪਹਿਲਾਂ ਦੀ ਤਰ੍ਹਾਂ ਅੱਗੇ ਵੱਧਦੀ ਰਹੀ ਹੈ
ਤੇ ਆਪਣੇ ਜਿਹੜਾ ਇਹਨਾਂ ਨੇ ਪੜਾਅ ਰੱਖਿਆ ਸੀ ਉਸ ਪੜਾਅ ਤੇ ਪਹੁੰਚੀ। ਤੇ ਉੱਥੇ ਰਾਹੁਲ ਗਾਂਧੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਹੜਾ ਹੈਗਾ ਦਾਅਵਾ ਕੀਤਾ ਗਿਆ ਵੀ ਕਿ ਜੰਮੂ ਕਸ਼ਮੀਰ ਦੇ ਵਿੱਚ ਜੋ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਚਾਹੀਦੇ ਸੀ ਉਹ ਨਹੀਂ ਹੋਏ। ਉਹਨਾਂ ਵੱਲੋਂ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ। ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਤਾਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਗਈ। ਉਹਨਾਂ ਨੇ ਵੀ ਕੇਂਦਰ ਸਰਕਾਰ ਨੂੰ ਘੇਰਿਆ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਿਹੜੇ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਮਸਲੇ 'ਚ ਦਖਲ ਦੇਣ ਦੀ ਮੰਗ ਕੀਤੀ ਹੈ। ਦੋਸਤੋ, ਇਹ ਤਾਂ ਸੀ ਕਾਂਗਰਸ ਪਾਰਟੀ ਦੀ ਗੱਲ। ਜੇ ਇਸ ਦੇ ਨਾਲ ਹੀ ਗੱਲ ਕਰੀਏ ਜੰਮੂ ਕਸ਼ਮੀਰ ਦੇ ਵਿੱਚ, ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਪਿਛਲੇ ਲੰਬੇ ਸਮੇਂ ਤੋਂ ਹਾਲਾਤ ਕੁਝ ਇਹੋ ਜਿਹੇ ਬਣੇ ਹੋਏ ਨੇ ਵੀ ਕਿ ਜਿੱਥੇ ਕਿ ਕੋਈ ਰਾਜਨੀਤਿਕ ਸਰਗਰਮੀਆਂ ਨਹੀਂ ਹੋ ਰਹੀਆਂ ਸੀ, ਕੁਝ ਨਹੀਂ ਹੋ ਰਿਹਾ ਸੀ। ਕਿਉਂਕਿ 2019 ਦੇ ਵਿੱਚ ਜਦੋਂ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਨੂੰ ਖਤਮ ਕਰ ਦਿੱਤਾ ਜਾਂਦਾ, ਉਦੋਂ ਤੋਂ ਬਾਅਦ ਹੀ ਜੰਮੂ ਕਸ਼ਮੀਰ ਦੇ ਵਿੱਚ ਪ੍ਰਸ਼ਾਸਨਿਕ ਰਾਜ ਲੱਗਿਆ ਹੋਇਆ ਸੀਗਾ। ਸਾਰੀ ਰਾਜਨੀਤਿਕ ਪਾਰਟੀਆਂ ਦੇ ਵੱਡੇ ਵੱਡੇ ਆਗੂਆਂ ਨੂੰ ਲੰਬਾ ਸਮਾਂ ਜਿਹੜਾ ਹੈਗਾ ਨਜ਼ਰਬੰਦ ਕਰਕੇ ਰੱਖਿਆ ਗਿਆ, ਜਿਸ ਕਰਕੇ ਜੰਮੂ ਕਸ਼ਮੀਰ 'ਚ 2019 ਤੋਂ ਲੈ ਕੇ ਹੁਣ 23 ਸ਼ੁਰੂ ਹੋ ਗਿਆ, ਪਿਛਲੇ 3-4 ਸਾਲਾਂ ਤੋਂ ਕੋਈ ਵੀ ਰਾਜਨੀਤਿਕ ਐਕਟੀਵਿਟੀ ਨਹੀਂ ਹੋ ਰਹੀ ਸੀ, ਕੋਈ ਗਤੀਵਿਧੀ ਨਹੀਂ ਹੋ ਰਹੀ ਸੀ। ਪਰ ਜਦੋਂ ਕਾਂਗਰਸ ਦੀ ਇਹ ਭਾਰਤ ਜੋੜੋ ਯਾਤਰਾ ਜੰਮੂ ਕਸ਼ਮੀਰ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਉੱਥੇ ਦੇ ਲੋਕਾਂ ਦੇ ਵਿੱਚ ਇੱਕ ਉਤਸ਼ਾਹ, ਇੱਕ ਖੁਸ਼ੀ ਦੇਖਣ ਨੂੰ ਮਿਲਦੀ ਹੈ। ਕਿਉਂਕਿ ਉਹਨਾਂ ਦੇ ਮਨਾਂ 'ਚ ਕਿਤੇ ਨਾ ਕਿਤੇ ਇੱਕ ਉਮੀਦ ਜਾਗੀ ਸੀ ਵੀ ਕਾਂਗਰਸ ਪਾਰਟੀ ਜੋ ਕਿ ਇੱਕ ਕੌਮੀ ਪੱਧਰ ਦੀ ਪਾਰਟੀ ਹੈ, ਜਿਸ ਨੇ ਦੇਸ਼ 'ਤੇ ਲੰਬਾ ਸਮਾਂ ਰਾਜ ਕੀਤਾ, ਉਹ ਪਾਰਟੀ ਜੇਕਰ ਜੰਮੂ ਕਸ਼ਮੀਰ 'ਚ ਦਾਖਲ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਉੱਥੇ ਜਿਹੜੀ ਰਾਜਨੀਤਿਕ ਸਰਗਰਮੀਆਂ ਪਿਛਲੇ ਲੰਬੇ ਸਮੇਂ ਤੋਂ ਠੰਡੇ ਬਸਤੇ 'ਚ ਪਈਆਂ ਸੀ ਉਹ ਐਕਟਿਵ ਹੋਣਗੀਆਂ, ਜਿਸ ਦੇ ਨਾਲ ਜੋ ਉੱਥੇ ਚੋਣਾਂ ਨਹੀਂ ਹੋ ਰਹੀਆਂ ਜਾਂ ਹੋਰ ਉੱਥੇ ਜਿਹੜਾ ਕੰਮਕਾਜ ਰੁਕਿਆ ਪਿਆ, ਉਹ ਸਾਰੀ ਚੀਜ਼ ਨੂੰ ਇੱਕ ਹੁਲਾਰਾ ਮਿਲੇਗਾ। ਜਿਹੜੀ ਚੋਣਾਂ ਨਹੀਂ ਹੋ ਪਾ ਰਹੀਆਂ, ਚੋਣਾਂ ਵੀ ਹੋਣ ਦੇ ਜਿਹੜਾ ਹੈਗੇ ਵੱਲ ਅੱਗੇ ਵਧਣਗੀਆਂ। ਇਸ ਤਰ੍ਹਾਂ ਦੀ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਉੱਥੇ ਦੇ ਲੋਕਾਂ 'ਚ ਇੱਕ ਜਿਹੜਾ ਹੈਗਾ ਵੱਡਾ ਜੋਸ਼ ਤੇ ਉਤਸ਼ਾਹ ਦੇਖਣ ਨੂੰ ਮਿਲਿਆ। ਪਰ ਜਿਹੜਾ ਇਸ ਤਰ੍ਹਾਂ ਦੇ ਸਭ ਕੁਝ ਹੋਣ ਦੇ ਬਾਵਜੂਦ ਉੱਥੇ ਚਾਹੀਦਾ ਸੀਗਾ ਕੇਂਦਰ ਸਰਕਾਰ ਨੂੰ ਵੀ ਕਿ ਉੱਥੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਤੀ, ਤਾਂ ਜੋ ਉੱਥੇ ਦੇ ਰਾਜਨੀਤਿਕ ਸਰਗਰਮੀਆਂ ਠੰਡੇ ਬਸਤੇ 'ਚ ਪਈਆਂ ਨੇ ਉਹਨਾਂ ਨੂੰ ਹੋਰ ਜਿਹੜਾ ਹੈਗਾ ਤੇਜ਼ ਕੀਤਾ ਜਾਂਦਾ, ਤਾਂ ਜੋ ਉੱਥੇ ਦੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਆਪਣੇ ਹੱਕਾਂ ਲਈ ਜਾਂ ਆਪਣੇ ਅਧਿਕਾਰਾਂ ਲਈ ਜਿਹੜੀ ਇੱਕ ਆਵਾਜ਼ ਦੱਬਦੀ ਦਿਖ ਰਹੀ ਸੀ ਉਹ ਉੱਠ ਸਕਦੀ ਸੀ। ਪਰ ਕਾਂਗਰਸ ਪਾਰਟੀ ਦੀ ਜਿਹੜੀ ਇਹ ਯਾਤਰਾ ਰੁਕੀ ਜਾਂ ਇਸ ਦੇ ਵਿੱਚ ਜੋ ਕੁਝ ਹਾਲਾਤ ਪੈਦਾ ਹੋਏ ਤਾਂ ਉਹਨਾਂ ਸਾਰੀਆਂ ਦੇ ਵਿੱਚ ਜਿਹੜਾ ਹੈਗਾ ਉੱਥੇ ਦੇ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਫਿਰ ਨਮੋਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ। ਕਿਉਂਕਿ ਉਹਨਾਂ 'ਚ ਜਿਹੜੀ ਇੱਕ ਜਿਹੜਾ ਰਾਜਨੀਤਿਕ ਦੇ ਉਛਾਲ ਨੂੰ ਲੈ ਕੇ ਇੱਕ ਉਤਸ਼ਾਹ ਦੇਖਣ ਨੂੰ ਮਿਲਿਆ ਸੀ, ਮੁੜ ਉੱਥੇ ਦੇ ਲੋਕਾਂ 'ਚ ਨਮੋਸ਼ੀ ਦਿਖ ਰਹੀ ਹੈ। ਇਸ ਦੇ ਨਾਲ ਹੀ ਜੋ ਉੱਥੇ ਦੀ ਰਾਜਨੀਤਿਕ ਸਰਗਰਮੀਆਂ ਠੰਡੇ ਬਸਤੇ 'ਚ ਪਈਆਂ ਸੀ ਉਹ ਵੀ ਇੱਕ ਐਕਟਿਵ ਮੋਡ 'ਚ ਆ ਸਕਦੀਆਂ ਸੀ। ਪਰ ਜਿਹੜਾ ਇਹ ਇਸ ਤਰ੍ਹਾਂ ਦੀ ਭਾਰਤ ਜੋੜੋ ਯਾਤਰਾ 'ਚ ਵਿਘਨ ਪਿਆ, ਇੱਕ ਰੁਕਾਵਟ ਪਈ ਹੈ, ਉਸ ਨਾਲ ਸਾਰਾ ਕੁਝ ਠੰਡੇ ਬਸਤੇ 'ਚ ਪੈ ਗਿਆ। ਦੇਖਣਾ ਇਹੀ ਹੋਵੇਗਾ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਹੈਗਾ ਪਿਛਲੇ ਲਗਭਗ 3.5-4 ਸਾਲ ਤੋਂ ਸਾਰੀ ਰਾਜਸੀ ਗਤੀਵਿਧੀਆਂ ਹੋਰ ਜਿੰਨੀਆਂ ਕੰਮਕਾਜ ਉਹ ਸਾਰਾ ਕੁਝ ਠੱਪ ਪਿਆ। ਇਹ ਕਦੋਂ ਸ਼ੁਰੂ ਹੋਣਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਕਾਂਗਰਸ ਪਾਰਟੀ ਵੱਲੋਂ ਭਾਰਤ ਜੋੜੋ ਯਾਤਰਾ ਰਾਹੀਂ ਦੇਸ਼ ਦੇ ਵਿੱਚ ਇੱਕ ਨਵੀਂ ਕਿਸਮ ਦੀ ਰਾਜਨੀਤੀ ਜਿਹੜੀ ਹੈਗੀ ਹੈ ਖੜੀ ਕੀਤੀ ਹੈ, ਜਿਸ ਨਾਲ ਦੇਸ਼ ਭਰ ਦੇ ਵਿੱਚ ਜਿਹੜੇ ਕਾਂਗਰਸੀ ਵਰਕਰ ਜਿਹੜੇ ਆਪਣੇ ਘਰਾਂ 'ਚ ਬੈਠੇ ਸੀ ਉਹ ਇੱਕ ਨਮੋਸ਼ੀ ਚੱਲ ਰਹੇ ਸੀ, ਉਹ ਇੱਕ ਐਕਟਿਵ ਮੋਡ 'ਚ ਆਏ ਨੇ। ਉਹਨਾਂ ਨੂੰ ਸਰਗਰਮੀ ਜਿਹੜੀ ਹੈਗੀ ਮੁੜ ਸ਼ੁਰੂ ਕਰ ਦਿੱਤੀ ਹੈ। ਕਿਉਂਕਿ ਇਸ ਤੋਂ ਪਤਾ ਲੱਗਦਾ ਵੀ ਕਿ ਭਾਰਤ ਜੋੜੋ ਯਾਤਰਾ ਜਿਹੜੀ ਹੈਗੀ ਹੈ ਉਸਨੇ ਦੇਸ਼ ਦੇ ਵਿੱਚ ਕਾਂਗਰਸੀਆਂ 'ਚ ਇੱਕ ਮਜ਼ਬੂਤੀ ਦਿੱਤੀ ਹੈ। ਕਿਉਂਕਿ ਜੇ ਹੁਣ ਤੱਕ ਨਜ਼ਰ ਮਾਰੀਏ ਤਾਂ ਦੇਸ਼ ਦੇ 3 ਸੂਬਿਆਂ ਦੇ ਵਿੱਚ ਹੀ ਸਿਰਫ ਕਾਂਗਰਸ ਪਾਰਟੀ ਜਿਹੜੀ ਹੈਗੀ ਆਪਣੇ ਦਮ ਤੇ ਕਾਬਜ਼ ਹੈ, ਤੇ ਇਸ ਤੋਂ ਇਲਾਵਾ 2 ਸੂਬਿਆਂ ਦੇ ਵਿੱਚ ਜਿਹੜਾ ਉਹ ਆਪਸੀ ਭਾਈਚਾਰੇ ਦੇ ਨਾਲ ਜਿਹੜਾ ਹੈਗਾ ਸੱਤਾ ਦੇ ਵਿੱਚ ਕਾਬਜ਼ ਹੈ। ਇਸ ਤਰ੍ਹਾਂ 5 ਸੂਬਿਆਂ ਦੇ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਹੈ, ਜਦੋਂ ਕਿ ਬਾਕੀ ਸਾਰਿਆਂ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਕਾਬਜ਼ ਹੈ। ਪਰ ਭਾਰਤ ਜੋੜੋ ਯਾਤਰਾ ਤੋਂ ਬਾਅਦ ਕਿਤੇ ਨਾ ਕਿਤੇ ਕਾਂਗਰਸੀਆਂ ਨੂੰ ਲੱਗਦਾ ਵੀ ਕਿ ਉਹ ਇੱਕ ਮਜ਼ਬੂਤ ਦਾਅਵੇਦਾਰੀ ਜਿਹੜੀ ਹੈਗੀ ਹੈ ਦੇਸ਼ ਭਰ ਦੇ ਵਿੱਚ ਦਿਖਾਉਣਗੇ। ਜੇ ਹੋਰ ਇੱਕ ਕਾਂਗਰਸੀਆਂ ਤੋਂ ਜਿਹੜੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਰਾਹੁਲ ਗਾਂਧੀ ਦੀ ਅਗਵਾਈ 'ਚ ਕੰਨਿਆ ਕੁਮਾਰੀ ਤੋਂ ਲੈ ਕੇ ਜਿਹੜੀ ਹੈਗੀ ਹੈ ਜੰਮੂ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ ਕੱਢੀ ਗਈ ਹੈ। ਇਸ ਤੋਂ ਬਾਅਦ ਕਾਂਗਰਸ ਪਾਰਟੀ ਮੁੜ ਇੱਕ ਯਾਤਰਾ ਜਿਹੜੀ ਹੈਗੀ ਹੈ ਫਿਰ ਸ਼ੁਰੂ ਕਰ ਸਕਦੀ ਹੈ ਜਾਂ ਕੋਈ ਮੁਹਿੰਮ ਸ਼ੁਰੂ ਕਰ ਸਕਦੀ ਹੈ ਜੋ ਕਿ ਪੂਰਬ ਤੋਂ ਪੱਛਮ ਜਾਂ ਪੱਛਮ ਤੋਂ ਪੂਰਬ ਵੱਲ ਜਾਵੇਗੀ। ਤੇ ਇਸ ਯਾਤਰਾ ਦੀ ਇਸ ਮੁਹਿੰਮ ਦੀ ਅਗਵਾਈ ਜਿਹੜੀ ਹੈ ਪ੍ਰਿਅੰਕਾ ਗਾਂਧੀ ਕਰਦੇ ਹੋਏ ਦਿਖਾਈ ਦੇ ਸਕਦੇ ਨੇ। ਤੇ ਭਾਵੇਂ ਪ੍ਰਿਅੰਕਾ ਗਾਂਧੀ ਜੇ ਅਗਵਾਈ ਨਹੀਂ ਕਰਦੇ ਤਾਂ ਇਸ ਦੇ ਵਿੱਚ ਜਿਹੜਾ ਹੈਗਾ ਸਰਗਰਮ ਭੂਮਿਕਾ ਨਿਭਾ ਸਕਦੇ ਨੇ, ਕਿਉਂਕਿ ਰਾਹੁਲ ਗਾਂਧੀ ਨੇ ਲਗਭਗ 5 ਮਹੀਨੇ ਲੰਬੀ ਯਾਤਰਾ ਨਾਲ ਦੇਸ਼ ਭਰ ਦੇ ਵਿੱਚ ਜਿੱਥੇ ਲੋਕਾਂ ਨੂੰ
ਹੋਰ ਉਤਸ਼ਾਹਿਤ ਕੀਤਾ ਹੈ, ਕਾਂਗਰਸੀਆਂ ਨੂੰ ਸਰਗਰਮ ਕੀਤਾ ਹੈ। ਉੱਥੇ ਹੀ ਹੁਣ ਰਾਹੁਲ ਗਾਂਧੀ ਆਪਣਾ ਧਿਆਨ ਜਿਹੜਾ ਹੈਗਾ 9 ਸੂਬਿਆਂ ਦੀ ਵਿਧਾਨ ਸਭਾ ਚੋਣਾਂ ਵੱਲ ਦੇਣ ਦੀ ਤਿਆਰੀ ਕਰ ਰਹੇ ਨੇ, ਕਿਉਂਕਿ ਅੱਗੇ ਲੋਕ ਸਭਾ ਚੋਣਾਂ ਵੀ ਹੈ। ਤੇ ਰਾਹੁਲ ਗਾਂਧੀ ਤੋਂ ਇਹੀ ਚੀਜ਼ ਨਿਕਲ ਕੇ ਆ ਰਹੀ ਹੈ ਵੀ ਕਿ ਰਾਹੁਲ ਗਾਂਧੀ ਮੁੱਖ ਤੌਰ ਤੇ ਕਰਨਾਟਕ ਦੀਆਂ ਤੇ ਹੁਣ ਜਿਹੜੀ ਤ੍ਰਿਪੁਰਾ ਦੀਆਂ ਚੋਣਾਂ ਹੋਣ ਜਾ ਰਹੀਆਂ ਉੱਥੇ ਧਿਆਨ ਦੇਣਗੇ, ਕਿਉਂਕਿ ਇਹਨਾਂ ਦੋਵੇਂ ਸੂਬਿਆਂ ਦੀ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ। ਤੇ ਇੱਕ ਕਰਨਾਟਕ ਇੱਕ ਵੱਡਾ ਸੂਬਾ ਹੈ, ਜਿੱਥੇ ਕਿ ਪਿਛਲੀ ਵਾਰ ਵੀ ਭਾਜਪਾ ਦੇ ਪੈਰ ਨਹੀਂ ਲੱਗ ਸਕੇ ਸੀ, ਭਾਜਪਾ ਸਰਕਾਰ ਬਣਾਉਣ 'ਚ ਨਾਕਾਮ ਰਹੀ ਸੀਗੀ। ਤੇ ਇਸ ਕਰਕੇ ਉੱਥੇ ਰਾਹੁਲ ਗਾਂਧੀ ਵੱਲੋਂ ਸ਼ੁਰੂਆਤ ਦੇ ਵਿੱਚ ਇੱਕ ਲੰਬਾ ਸਮਾਂ ਬਤੀਤ ਵੀ ਕੀਤਾ ਤੇ ਉੱਥੇ ਇੱਕ ਰਣਨੀਤੀ ਵੀ ਤਿਆਰ ਕੀਤੀ ਹੈ ਕਿ ਕਿਸ ਤਰ੍ਹਾਂ ਉੱਥੇ ਜਿਹੜਾ ਹੈਗਾ ਚੋਣਾਂ ਲੜੀਆਂ ਜਾ ਸਕਦੀਆਂ, ਉੱਥੇ ਦਾ ਕੀ ਮਾਹੌਲ ਹੋ ਸਕਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਰਾਹੁਲ ਗਾਂਧੀ ਜਿਹੜੇ ਨੇ ਇਸ ਵਾਰ ਉੱਥੇ ਜਿਹੜਾ ਕਰਨਾਟਕਾ ਦੇ ਵਿੱਚ ਬਹੁਤ ਹੀ ਸਰਗਰਮੀ ਨਾਲ ਜਿਹੜਾ ਹੈਗਾ ਤਿਆਰੀਆਂ ਕਰ ਰਹੇ ਨੇ ਵਿਧਾਨ ਸਭਾ ਚੋਣਾਂ ਦੀਆਂ। ਉੱਥੇ ਮਈ 2023 ਦੇ ਵਿੱਚ ਜਿਹੜਾ ਹੈਗਾ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ। ਇਸ ਦੇ ਨਾਲ ਹੀ ਗੱਲ ਕਰੀਏ ਤਾਂ ਤ੍ਰਿਪੁਰਾ ਦੇ ਵਿੱਚ ਵੀ ਜਿਹੜਾ ਹੈਗਾ ਚੋਣ ਮੈਦਾਨ ਪੂਰਾ ਭਖ ਚੁੱਕਿਆ ਤੇ ਕਾਂਗਰਸ ਪਾਰਟੀ ਜਿਹੜੀ ਹੈਗੀ ਉੱਥੇ ਵੀ ਪੂਰੇ ਜ਼ੋਰ ਸ਼ੋਰ ਨਾਲ ਜਿਹੜਾ ਹੈਗਾ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਤੇ ਪਹਿਲੀ ਵਾਰ ਇਹ ਵੀ ਗੱਲ ਨਿਕਲ ਕੇ ਆ ਰਹੀ ਹੈ ਵੀ ਤ੍ਰਿਪੁਰਾ ਦੇ ਵਿੱਚ ਕਾਂਗਰਸ ਪਾਰਟੀ CPM ਦੇ ਨਾਲ ਜਿਹੜਾ ਹੈਗਾ ਭਾਈਚਾਰੇ ਦੇ ਵਿੱਚ ਜਾਂ ਗਠਜੋੜ ਦੇ ਨਾਲ ਜਿਹੜਾ ਹੈਗਾ ਚੋਣਾਂ ਲੜ ਸਕਦੀ ਹੈ। ਭਾਵੇਂ ਕਿ ਇਸ ਦਾ ਅਧਿਕਾਰਤ ਐਲਾਨ ਹਲੇ ਨਹੀਂ ਹੋ ਸਕਿਆ, ਪਰ ਜੋ ਪਤਾ ਲੱਗ ਰਿਹਾ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਵੀ ਕਿ ਦੋਵੇਂ ਰਾਜਸੀ ਪਾਰਟੀਆਂ ਦੇ ਵਿੱਚ ਅੰਦਰ ਖਾਤੇ ਮੀਟਿੰਗਾਂ ਚੱਲ ਰਹੀਆਂ, ਗੱਲਬਾਤ ਦਾ ਦੌਰ ਚੱਲ ਰਿਹਾ ਵੀ ਕਿ ਆਖਿਰੀ ਫੈਸਲਾ ਕੀ ਹੋਵੇਗਾ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਜਿਹੜਾ ਹੈਗਾ ਤ੍ਰਿਪੁਰਾ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਪਾਰਟੀ ਤੇ CPM 'ਚ ਹਲੇ ਤੱਕ ਗੱਲ ਚੱਲ ਰਹੀ ਹੈ। ਜੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ ਮੇਘਾਲਿਆ ਤੇ ਨਾਗਾਲੈਂਡ ਦੇ ਵਿੱਚ ਵੀ ਚੋਣਾਂ ਜਿਹੜੀਆਂ ਹੈਗੀਆਂ ਇਸੇ ਫਰਵਰੀ ਮਹੀਨੇ 'ਚ ਹੋਣ ਜਾ ਰਹੀਆਂ ਤੇ 2 ਮਾਰਚ ਨੂੰ ਉਹਨਾਂ ਦੇ ਵੀ ਨਤੀਜੇ ਆਉਣੇ ਨੇ। ਤੇ ਉੱਥੇ ਦੀ ਗੱਲ ਕਰੀਏ ਤਾਂ ਇਹਨਾਂ ਦੋਵੇਂ ਸੂਬਿਆਂ 'ਚ ਕਾਂਗਰਸ ਪਾਰਟੀ ਦੇ ਪੈਰ ਲੱਗਦੇ ਹੋਏ ਕੋਈ ਦਿਖਾਈ ਨਹੀਂ ਦੇ ਰਹੇ, ਕਿਉਂਕਿ ਜੇ ਦੇਖੀਏ ਤਾਂ ਮੇਘਾਲਿਆ ਦੇ ਵਿੱਚ ਕਾਂਗਰਸ ਪਾਰਟੀ ਖੇਰੂ ਖੇਰੂ ਹੋ ਚੁੱਕੀ ਹੈ ਤੇ ਇਹੀ ਹਾਲਾਤ ਕੋਈ ਨਾਗਾਲੈਂਡ 'ਚ ਵੀ ਦੇਖਣ ਨੂੰ ਮਿਲ ਰਹੇ ਨੇ। ਪਰ ਜੇ ਤ੍ਰਿਪੁਰਾ ਤੇ ਅੱਗੇ ਕਰਨਾਟਕ ਦੀ ਗੱਲ ਕਰੀਏ ਤਾਂ ਇਹਨਾਂ ਦੋਵੇਂ ਸੂਬਿਆਂ ਦੇ ਵਿੱਚ ਕਾਂਗਰਸ ਪਾਰਟੀ ਲਈ ਜਿਹੜਾ ਹੈਗਾ ਉੱਥੇ ਸਿਆਸੀ ਮਾਹੌਲ ਵਧੀਆ ਦਿਖਾਈ ਦੇ ਰਿਹਾ, ਕਾਂਗਰਸ ਪਾਰਟੀ ਦੇ ਪੱਖ 'ਚ ਦਿਖਾਈ ਦੇ ਰਿਹਾ। ਤਾਂ ਪਤਾ ਲੱਗਦਾ ਵੀ ਕਿ ਭਾਰਤ ਜੋੜੋ ਯਾਤਰਾ ਜਿਹੜੀ ਹੈਗੀ ਹੈ, ਭਾਵੇਂ ਕਿ ਕਾਂਗਰਸ ਪਾਰਟੀ ਦਾ ਸਪਸ਼ਟ ਤੌਰ ਤੇ ਪਹਿਲੇ ਦਿਨ ਤੋਂ ਇਹੀ ਦਾਅਵਾ ਰਿਹਾ ਹੈ ਕਿ ਇਸ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਦੇਸ਼ ਦੇ ਲੋਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਹੈ, ਦੇਸ਼ ਦੇ ਲੋਕਾਂ ਦੇ ਮੁੱਦਿਆਂ ਨੂੰ ਉਭਾਰਨ ਦੀ ਕੋਸ਼ਿਸ਼ ਹੈ। ਪਰ ਇਸ ਭਾਰਤ ਜੋੜੋ ਯਾਤਰਾ ਤੋਂ ਬਾਅਦ ਜਿਹੜਾ ਹੈਗਾ ਕਰਨਾਟਕਾ ਤੇ ਜਿਹੜਾ ਤ੍ਰਿਪੁਰਾ ਦੇ ਵਿੱਚ ਕਾਂਗਰਸ ਪਾਰਟੀ ਇੱਕ ਮਜ਼ਬੂਤੀ ਨਾਲ ਕੁਝ ਨਾ ਕੁਝ ਪਹਿਲਾਂ ਨਾਲੋਂ ਵਧੀਆ ਪਰਫਾਰਮ ਕਰਦੀ ਦਿਖਾਈ ਦੇ ਰਹੀ ਹੈ। ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਜੇ ਗੱਲ ਕਰੀਏ ਤ੍ਰਿਪੁਰਾ, ਮੇਘਾਲਿਆ ਤੇ ਨਾਗਾਲੈਂਡ ਦੇ ਵਿੱਚ ਚੋਣਾਂ ਜਿਹੜੀਆਂ ਹੈਗੀਆਂ ਫਰਵਰੀ ਮਹੀਨੇ 'ਚ ਹੋਣ ਜਾ ਰਹੀਆਂ ਤੇ ਤਿੰਨੋਂ ਸੂਬਿਆਂ ਦੇ ਚੋਣ ਨਤੀਜੇ 2 ਮਾਰਚ ਨੂੰ ਆਉਣਗੇ। ਇਸ ਤੋਂ ਅਗਲੀਆਂ ਚੋਣਾਂ ਕਰਨਾਟਕਾ ਦੀਆਂ ਤੇ ਇਸ ਤਰ੍ਹਾਂ ਕਰਦੇ ਕਰਦੇ ਇਸ ਸਾਲ ਦੇਸ਼ ਦੇ ਵਿੱਚ 9 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ। ਕਿਹੋ ਜਿਹੇ ਚੋਣ ਨਤੀਜੇ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇੱਕ ਗੱਲ ਸਪਸ਼ਟ ਰਹੇਗੀ, ਇਹ 9 ਸੂਬਿਆਂ ਦੇ ਚੋਣ ਨਤੀਜੇ ਜਿਹੜੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਦਾ ਮੁੱਢ ਜ਼ਰੂਰ ਵੱਜਣਗੇ। ਉਹ ਸਭ ਕੀ ਹੋਵੇਗਾ, ਕੀ ਚੋਣ ਨਤੀਜੇ ਹੋਣਗੇ ਤੁਹਾਡੇ ਸਾਹਮਣੇ ਰਹਿਣਗੇ, ਜਾਂ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਸਮੇਂ-ਸਮੇਂ ਤੇ ਉਹ ਚੋਣ ਮੁੱਦੇ ਵੀ ਤੇ ਚੋਣ ਨਤੀਜੇ ਵੀ ਤੁਹਾਡੇ ਅੱਗੇ ਪਹੁੰਚਾਉਂਦਾ ਰਹੇਗਾ। ਕੱਲ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਫਿਰ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।